ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਮਿੰਟੂ ਗੁਰੂ ਸਰੀਆ ਜੀ, ਮਿੰਟੂ ਜੀ ਵੈਲਕਮ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਲੱਗਦਾ ਪਕੌੜੇ ਪਕੂੜੇ ਖਾ ਕੇ ਗਲੇ ਗੁਲੇ ਜੇ ਤੰਦਰੁਸਤ ਹੋਏ ਜਾ ਆਪਦੇ। ਨਹੀਂ, ਮੈਂ ਪਿਛਲੇ 2-3 ਹਫ਼ਤਿਆਂ ਤੋਂ ਸਿਹਤ ਦੇ ਨਾਲ ਜੂਝ ਰਿਹਾ ਜੀ। ਅਸੀਂ ਬਿਮਾਰੀ ਤੋਂ ਉੱਭਰਿਆ ਵਾ ਤੇ ਉਹਦੇ ਕਰਕੇ ਹੋ ਜਾਂਦਾ। ਅੱਛਾ, ਗਲਾ ਦੇ ਵਿੱਚ ਹੈ ਕੋਈ ਪ੍ਰੋਬਲਮ? ਚਲੋ ਖੈਰ ਨਹੀਂ ਬੇਬਾ, ਮਹਾਰਾਜ ਸਤਿਗੁਰੂ ਤੰਦਰੁਸਤੀਆਂ ਬਖਸ਼ੇ ਜੀ। ਜੀ 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 ਜੀ। ਦੀਵਾਲੀ ਤੇ ਕੇਂਦਰ ਸਰਕਾਰ ਨੇ ਇੱਕ ਬਹੁਤ ਵੱਡੀ ਰਾਹਤ ਵੀ ਦਿੱਤੀ ਹੈ ਔਰ ਇਸ ਨੂੰ ਲਿੰਕ ਕਰਕੇ ਵੇਖਿਆ ਜਾ ਰਿਹਾ, ਕਿਉਂਕਿ ਇੱਕ ਤਾਂ ਸੂਬੇ ਦੇ ਮੁੱਖ ਮੰਤਰੀ ਨੇ ਵੀ ਕਹਿ ਦਿੱਤਾ ਕਿ ਅਸੀਂ ਹਰੇ ਨਹੀਂ ਮਹਿੰਗਾਈ ਨੇ ਹਰਾਇਆ, ਤੇ ਮਹਿੰਗਾਈ 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 ਤੁਹਾਨੂੰ ਪਤਾ ਫਿਰ ਜਿੰਨਾ ਮਰਜ਼ੀ ਭਗਤੀ ਹੋਵੇ, ਜਦੋਂ ਪੇਟ ਨਾ ਪਈਆਂ ਰੋਟੀਆਂ ਤੇ ਸਭ ਇਹ ਗੱਲਾਂ ਖੋਟੀਆਂ। ਹਾਂਜੀ, ਕੀ ਕਹਿਣਾ ਚਾਹੋਗੇ? ਹਾਂਜੀ, ਨਹੀਂ ਦੇਖੋ, ਚਲੋ ਕੋਈ ਵੀ ਕਾਰਨ ਰਿਹਾ, ਇਹਨਾਂ ਨੇ ਰਾਹਤ ਦਿੱਤੀ ਹੈ ਤੇ ਉਹਨੂੰ ਆਪਾਂ ਵੈਲਕਮ ਹੀ ਕਰ ਸਕਦੇ ਹਾਂ ਕਿ ਅੱਛੀ ਰਾਹਤ ਹੈ ਯਾਰ। ਕਿਉਂਕਿ 5 ਰੁਪਏ ਪੈਟਰੋਲ ਹੀ ਸਸਤਾ ਕਰ ਰਹੇ ਨੇ, 2.5 ਰੁਪਈਆ ਮੇਰੇ ਖਿਆਲ ਦੇ ਨਾਲ ਪੰਜਾਬ ਗੌਰਮੈਂਟ ਕਰ ਦੂਗੀ 7.5। ਤੇ ਮੇਰੇ ਵਰਗਾ ਜਿਹੜਾ ਆਦਮੀ ਹੈ, ਮੇਰੇ ਅੱਗੇ ਬੁਲਟ ਮੋਟਰਸਾਈਕਲ 'ਚ 500 ਦਾ ਤੇਲ ਪਵਾਉਂਦੇ ਸਾਂ ਤੇ ਮਹੀਨਾ ਤਕਰੀਬਨ, ਕਿਉਂਕਿ ਮੈਂ ਘੱਟ ਜਾਂਦਾ ਬਾਹਰ ਤੇ ਅੰਦਰ ਬਾਹਰ, ਤੇ ਫਿਰ ਮਹੀਨਾ ਵੀ ਕੱਢ ਜਾਂਦਾ ਸੀ। ਹੁਣ ਮੈਂ ਪਿਛਲੇ ਦਿਨ ਹੀ ਪਾਇਆ ਤੇ ਅੱਧ 'ਚ ਰਹਿ ਗਿਆ, ਕਿਉਂਕਿ 70 ਰੁਪਏ ਪਵਾਉਂਦੇ ਸੀ ਤੇ ਫਿਰ ਕੁਛ ਮਹੀਨਿਆਂ ਦੇ ਅੰਦਰ ਅੰਦਰ ਹੀ ਉਹ 110 ਤੀਕ ਪਹੁੰਚ ਗਿਆ, ਹਿਸਾਬ ਲਾ ਲਓ। ਤਾਂ ਇਹ ਬਹੁਤ ਵੱਡਾ ਇਜ਼ਾਫਾ ਹੈ, 40 ਰੁਪਏ ਦਾ ਤਕਰੀਬਨ। ਤਾਂ ਹੁਣ ਕੀ ਹੈ ਕਿ ਚਲੋ ਇਹਦੇ ਨਾਲ ਫੇਰ ਹੈ ਕਿ 15 ਦਿਨਾਂ ਵਾਲੀ ਐਵਰੇਜ ਜਿਹੜੀ ਆ ਘੱਟੋ ਘੱਟ 18 ਦਿਨ ਤੇ 20 ਦਿਨ ਤੱਕ ਤੇ ਪਹੁੰਚੇਗੀ ਨਾ। ਸੋ ਇਹ ਚੀਜ਼ ਆ ਕਿ ਕਾਮਨ ਬੰਦੇ ਲਈ ਇੱਕ ਰਾਹਤ ਹੈ। ਪਰ ਮੇਰਾ ਮੰਨਣਾ ਇਹ ਹੈ ਕਿ ਇੱਕ ਤੇ ਰਾਹਤ ਬਹੁਤ ਕਵੇਲੇ ਦਿੱਤੀ ਗਈ ਆ। ਵੈਸੇ ਤੁਹਾਨੂੰ ਯਾਦ ਹੋਣਾ, ਮੈਂ ਅਪ੍ਰੈਲ 'ਚ ਤੁਹਾਨੂੰ ਕਹਿਤਾ ਸੀਗਾ ਕਿ ਤੇਲ ਜਿਹੜਾ 125 ਤੱਕ ਪਹੁੰਚੇਗਾ ਔਰ 120 ਤੱਕ ਪਹੁੰਚਿਆ ਵਾ। ਕਈ ਇੰਡੀਅਨ ਸਿਟੀਜ਼ ਦੇ ਵਿੱਚ 120 ਤੱਕ ਪਹੁੰਚਿਆ ਜੀ। ਤਾਂ ਇਹ ਤੇਲ ਹਾਲੇ ਹੋਰ ਵਧੇਗਾ, ਮੇਰੇ ਖਿਆਲ ਦੇ ਨਾਲ 1-2 ਮਹੀਨੇ ਤੱਕ ਤੇ ਤਕਰੀਬਨ ਹੋਰ ਵਧੇਗਾ। ਫਿਰ ਉਸ ਤੋਂ ਬਾਅਦ ਸ਼ਾਇਦ ਇਹ ਤੇਲ ਦੀਆਂ ਕੀਮਤਾਂ ਜਿਹੜੀਆਂ ਘਟਣਗੀਆਂ। ਤਾਂ ਇਹ ਰਾਹਤ ਜਿਹੜੀ ਆ ਉਹ ਠੀਕ ਹੈ, ਵਧੀਆ ਰਾਹਤ ਹੈ, ਪਰ ਕਵੇਲੇ ਵਾਲੀ ਰਾਹਤ ਹੈ, ਕਵੇਲੇ ਵਾਲੀ ਰਾਹਤ ਹੈ। ਔਰ ਬਹੁਤ ਭਰਪੂਰ ਕਮਾਈ ਕੀਤੀ ਹੈ ਨਰਿੰਦਰ ਮੋਦੀ ਸਰਕਾਰ ਨੇ। ਜੇ ਕੰਪੈਰੇਟਿਵਲੀ ਦੇਖੀਏ ਤਾਂ ਜਿੱਦਾਂ ਹੁਣ ਸੈਂਟਰਲ ਟੈਕਸ ਆ, ਜਿਹੜਾ ਜੂਨ 2014 ਦੇ ਵਿੱਚ ਸੀ 10.39 ਰੁਪਏ, ਉਹ 2021 ਦੀ ਫੈਬ ਤੱਕ 32.98% ਸੀ। ਇਨਕਰੀਜ਼ਮੈਂਟ ਕਿੰਨੀ ਆ? 217%। 217% ਤੁਸੀਂ ਦੇਖ ਲਓ ਕਿ ਬਹੁਤ ਵੱਡਾ ਇਜ਼ਾਫਾ ਸੀ ਔਰ ਕਿੰਨੀ ਕਮਾਈ ਹੋਈ ਹੋਏਗੀ। ਕੁਛ ਦਿਨ ਪਹਿਲਾਂ ਮੈਂ ਇੱਕ ਰਿਪੋਰਟ ਪੜ੍ਹੀ ਸੀਗੀ ਕਿ 1,71,000 ਕਰੋੜ ਦੀ ਕਮਾਈ ਕੀਤੀ ਹੈ ਮੋਦੀ ਗੌਰਮੈਂਟ ਨੇ 1 ਸਾਲ ਦੇ ਵਿੱਚ ਤੇਲ ਤੋਂ, ਤੇ ਜਿਹਦੇ ਚ ਪਿਛਲੇ ਸਾਲ ਦੇ ਮੁਕਾਬਲੇ ਹੀ ਜਿੱਥੇ ਬਹੁਤ ਤੇਲ ਦੀਆਂ ਕੀਮਤਾਂ ਕਹਿ ਲਓ ਕਿ ਹਾਇਰ ਹੋਈਆਂ, ਹਾਈਕ ਤੇ ਗਈਆਂ, ਉਹਦੇ ਨਾਲੋਂ 46,000 ਕਰੋੜ ਰੁਪਈਆ ਵੱਧ ਸੀਗਾ। ਤਾਂ ਜੇ ਸਟੇਟ ਟੈਕਸ ਦੀ ਗੱਲ ਕਰੋਗੇ, ਸਟੇਟ ਟੈਕਸ ਵੀ ਜੂਨ 2014 ਚ ਜਿਹੜੇ 11.90 ਰੁਪਈਏ, ਮਤਲਬ ਕਿ ਆਲਮੋਸਟ 12 ਰੁਪਈਏ ਸੀ, ਉਹ ਅੱਜ ਦੀ ਤਰੀਕ ਦੇ ਵਿੱਚ 19.92, ਮਤਲਬ ਕਿ ਤਕਰੀਬਨ 20 ਰੁਪਈਏ, 67.39% ਉਹ ਵੀ ਅੱਗੇ ਗਏ ਨੇ। ਜੇ ਡੀਜ਼ਲ ਤੇ ਤੁਸੀਂ ਦੇਖੋਗੇ ਜੂਨ 2014 ਚ ਜਿਹੜਾ ਸੈਂਟਰਲ ਟੈਕਸ 4.5 ਸੀਗਾ, ਉਹ ਅੱਜ ਦੀ ਡੇਟ ਦੇ ਵਿੱਚ ਫੈਬ 2021 ਤੱਕ 32 ਰੁਪਏ ਹੋ ਜਾਂਦਾ ਹੈ। 607% ਉਹਦੇ ਚ ਇਜ਼ਾਫਾ ਹੈ ਮੋਦੀ ਗੌਰਮੈਂਟ ਦੇ ਵਿੱਚ। ਤਾਂ ਸਟੇਟ ਟੈਕਸ ਜਿਹੜਾ ਡੀਜ਼ਲ ਤੇ 6 ਰੁਪਏ 61 ਪੈਸੇ ਹੋਇਆ ਕਰਦਾ ਸੀ ਜੂਨ 2014 ਤੱਕ, ਤਾਂ ਉਹ ਵੱਧ ਕੇ ਹੋ ਗਿਆ ਤਕਰੀਬਨ 11.25 ਰੁਪਏ, ਮਤਲਬ ਕਿ 70 ਰੁਪਏ ਉਹਦੇ ਚ ਵੀ 70% ਉਹਦੇ ਚ ਵੀ ਇਜ਼ਾਫਾ ਹੋ ਗਿਆ। ਤਾਂ ਇੰਨੀ ਕਮਾਈ ਕੀਤੀ ਹੈ ਸਟੇਟ ਸਰਕਾਰਾਂ ਨੇ ਜਾਂ ਇੰਨੀ ਕਮਾਈ ਕੀਤੀ ਹੈ ਸੈਂਟਰ ਸਰਕਾਰ ਨੇ, ਉਹ ਜਿਹੜੀ ਰਾਹਤ ਬਹੁਤ ਵੇਲੇ ਨਾਲ ਦੇ ਦੇਣੀ ਚਾਹੀਦੀ ਸੀਗੀ ਔਰ ਦਿੰਦੇ ਜਾਣਾ ਚਾਹੀਦਾ ਸੀ ਥੋੜੀ ਥੋੜੀ ਰਾਹਤ। ਹੁਣ ਇਹ ਨਹੀਂ ਹੈ ਕਿ 5 ਰੁਪਏ ਤੁਸੀਂ ਘਟਾ ਦਿੱਤਾ, ਕੱਚੇ ਤੇਲ ਦੀਆਂ ਕੀਮਤਾਂ ਮੁੜ ਵੱਧਦੀਆਂ ਨੇ ਤਾਂ ਉਹ 5 ਰੁਪਏ ਫਿਰ ਹੌਲੀ ਹੌਲੀ 15 ਰੁਪਏ ਵੱਧ ਜਾਂਦੇ। ਗੱਲ ਤਾਂ ਫਿਰ ਉੱਥੇ ਦੀ ਉੱਥੇ ਆ ਜਾਏਗੀ ਨਾ, ਕਿਉਂਕਿ
ਸਾਡਾ ਬਹੁਤ ਜ਼ਿਆਦਾ ਕਾਣ ਕਰਦਾ ਹੈ ਤੇਲ। ਬੇਸ ਪ੍ਰਾਈਸ ਜਿਹੜਾ ਸਾਡਾ 44 ਰੁਪਏ ਹੈ। ਫਰੈਸ਼ ਜੋ ਹੁੰਦੀਆਂ ਮਤਲਬ ਕਿ ਉਹ ਖਰਚੇ ਪਾ ਕੇ ਉਹਦੇ ਤੇ ਕੁਛ ਕਹਿ ਲਓ ਕਿ 31 ਕੁ ਪੈਸੇ ਦਿੱਲੀ ਦਾ ਜਿਹੜਾ ਤੁਹਾਨੂੰ ਮੈਂ ਟੈਕਸ ਦਾ ਢਾਂਚਾ ਦੱਸ ਦੇਣਾ ਅਕਤੂਬਰ 2021 ਤੱਕ ਤਾਂ ਜਿਹੜਾ ਪ੍ਰਾਈਸ ਚਾਰਜਸ ਡੀਲਰ ਵਗੈਰਾ ਹੁੰਦੇ ਆ ਐਕਸਾਈਜ਼ ਡਿਊਟੀ ਐਂਡ ਵੈਟ ਪਾ ਕੇ ਉਹ 44.37 ਬਣਦਾ ਹੈ ਤੇ ਐਕਸਾਈਜ਼ ਡਿਊਟੀ ਅਲੱਗ ਤੋਂ ਕਹਿ ਲਓ ਕਿ 32% ਜਿਹੜੀ ਹੈ ਉਹ ਬਣਦੀ ਹੈ। ਤਾਂ ਇਸ ਤਰ੍ਹਾਂ ਡੀਲਰਾਂ ਦਾ ਕਮਿਸ਼ਨ ਆ ਗਿਆ, ਫਿਰ ਵੈਟ ਆ ਗਿਆ, ਰਿਟੇਲ ਸੈਲਿੰਗ ਪ੍ਰਾਈਸ ਜਿਹੜਾ ਆ ਉਹ ਹੁਣ ਤਾਂ ਦਿੱਲੀ ਦੇ ਵਿੱਚ ਬਣ ਗਿਆ ਉਸ ਟਾਈਮ ਅਕਤੂਬਰ 16 ਤੱਕ 105 ਰੁਪਏ। ਮਤਲਬ ਕਿ ਦੇਖੋ ਬੇਸ ਰੇਟ ਕੀ ਹੈ ਤੇਲ ਦਾ, ਉਹ 44.6 ਬਣਦਾ ਹੈ। ਇੰਨੇ ਟੈਕਸ ਉੱਤੇ ਲੱਗਦੇ ਤੁਰੇ ਆਉਂਦੇ ਕਮਿਸ਼ਨ ਲੱਗਦੇ ਤੁਰੇ ਆਉਂਦੇ ਆ ਤਾਂ ਉਹ ਕਿੰਨਾ ਬਣ ਜਾਂਦਾ 44 ਤੋਂ 105 ਰੁਪਏ। ਹਾਲੇ ਆਪਾਂ ਕਹਿ ਦਿੰਦੇ ਆ ਕਿ ਇੰਡੀਆ ਦੇ ਲੋਕ ਟੈਕਸ ਪੇ ਨਹੀਂ ਕਰਦੇ। ਇਨਕਮ ਟੈਕਸ ਕੀ ਪੇ ਕਰਨ ਕਿਉਂਕਿ ਉਹ ਇਹੋ ਜਿਹੇ ਟੈਕਸਾਂ ਦੇ ਵਿੱਚ ਹੀ ਮਰ ਜਾਂਦੇ ਜੀ। ਲੋ ਕਾਲਰ ਨੇ ਇੱਕ ਦੇਖਦੇ ਆ ਕੀ ਕਹਿਣਾ ਚਾਹੁੰਦੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦਰਵਾਜ ਜੀ। ਕੈਪਟਨ ਸਾਹਿਬ ਕਹਿੰਦੇ ਆ ਕਿ ਕੁਝ ਮੰਤਰੀ ਜਿਹੜੇ ਰੇਤਾਂ ਦੇ ਵਿੱਚ ਲਿਪਟ ਸੀਗੇ ਹਾਲੇ ਵੀ ਬਣਦੀ ਆ ਉਹ ਰੇਤ ਮਾਫੀਆ ਦੇ ਵਿੱਚ। ਹਾਂਜੀ। ਇਹਨੂੰ ਆਪਾਂ ਕੀ ਸਮਝੀਏ ਕਿ ਇਹ ਉਹ ਕਹਿੰਦੇ ਨੀਤੀ ਸੀਗੀ ਪਾਰਟੀ ਦੀ, ਤਾਂ ਨਹੀਂ ਮੈਂ ਬੋਲਿਆ ਵੀ ਇਹ ਨੀਤੀ ਦਾ ਬਣਾਉਂਦੀ ਹਾਈ ਕਮਾਂਡ, ਕਿ ਉਹ ਹਾਈ ਕਮਾਂਡ ਵੀ ਵਿੱਚ ਇਹਦਾ ਸ਼ਾਮਲ ਕਰਦੇ ਆ ਵੀ ਉਹ ਵੀ ਦੇਖਿਆ। ਵੈਰੀ ਵੈਲਿਡ ਕੁਐਸਚਨ ਜੀ। ਦੂਜੀ ਗੱਲ ਚਲੋ ਇੱਕ ਦਾ ਜਵਾਬ ਲੈ ਲਈਏ ਪਹਿਲਾਂ। ਹਾਂਜੀ, ਨਾਲ ਹੀ ਛੋਟਾ ਹੀ ਹੈ ਕਿ ਮੇਰਾ ਰੋਲ ਪੈਸੇ ਵੀ 25 ਕਰੋੜ ਦੇ ਕੇ ਮੰਤਰੀ ਬਣੇ ਆ ਕਿ ਉਹ ਵੀ ਹਾਈ ਕਮਾਂਡ ਨੀਤੀ ਦੇ ਨਾਲ ਹੀ ਹੈ ਕਿ ਇਹ ਕੀ ਮਾਜਾ ਇਹ ਨਾਲ ਜੋੜੋ ਜੀ। ਹਾਂਜੀ, ਕੌਣ 32 ਕਰੋੜ? ਹਾਂਜੀ 32 ਕਰੋੜ ਦੇ ਕੇ ਕੌਣ ਮੰਤਰੀ ਬਣਿਆ? ਬਸ ਇਹ ਗੈਸੀ ਆ ਜੀ। ਕਿਆ ਫੇ ਨਹੀਂ, ਇਹਦੇ ਤੇ ਮੈਂ ਟਿੱਪਣੀ ਨਹੀਂ ਕਰਾਂਗਾ। ਜਿਹੜੀ ਗੱਲ ਇਹ ਆ ਕਿ ਦੇਖੋ ਕੋਈ ਜੂਆ ਖੇਡ ਕੇ ਬਾਅਦ ਦੇ ਵਿੱਚ ਇਹ ਗੱਲ ਕਹੇ ਕਿ ਉਹ ਫਲਾਣੇ ਨੇ ਵੀ ਮੇਰੇ ਨਾਲ ਜੂਆ ਖੇਡਿਆ ਤਾਂ ਫਿਰ ਉਹਦੇ ਚ ਉਹ ਬੰਦਾ ਤੇ ਉਹ ਬੰਦਾ ਦੋਨਾਂ ਚ ਕੋਈ ਫਰਕ ਨਹੀਂ ਰਹਿ ਜਾਂਦਾ। ਸਮਝਦੇ ਹੋ ਨਾ? ਜਿਸ ਬੰਦੇ ਨੇ ਇਹੋ ਜਿਹੇ ਦੋਸ਼ੀਆਂ ਦੀ ਅਗਵਾਈ ਕੀਤੀ ਹੈ ਜਿਹਨਾਂ ਨੂੰ ਦੋਸ਼ੀ ਕਹਿ ਰਹੇ ਆ, ਜਾਂ ਦੋਸ਼ੀਆਂ ਨੂੰ ਬਚਾਉਣ ਦਾ ਕੰਮ ਕੀਤਾ ਜਿਨ੍ਹਾਂ ਤੇ ਬਹੁਤ ਤਗੜੇ ਦੋਸ਼ ਲੱਗੇ ਸੀ ਤੇ ਆਪੋਜੀਸ਼ਨ ਚ ਵੀ ਬੈਠੇ ਸੀ, ਠੀਕ ਹੈ ਨਾ? ਤਾਂ ਉਸ ਬੰਦੇ ਦੀ ਕਹਿ ਲਓ ਕਿ ਕੋਈ ਆਈਡੀਓਲੋਜੀ ਨਹੀਂ ਮੈਨੂੰ ਸਮਝ ਆਈ। ਮੈਂ 7 ਪੇਜ ਦਾ ਉਹਨਾਂ ਦਾ ਜਿਹੜਾ ਕਹਿ ਲਓ ਕਿ ਸ਼ਿਕਵੇ ਸ਼ਿਕਾਇਤਾਂ ਨਾਲ ਦੱਬ ਲਿਆ ਪਿਆਰ ਨੂੰ ਭੁੱਲ ਗਏ ਆ ਸੋਹਣਿਆਂ ਤੇ ਦਿਲਾਂ ਦੇ ਵਪਾਰ ਨੂੰ। ਜਿਹੜਾ ਸ਼ਿਕਵੇ ਸ਼ਿਕਾਇਤਾਂ ਵਾਲਾ ਖਾਤਾ ਨਾ ਉਹਨਾਂ ਦਾ ਅਸਤੀਫੇ ਰੂਪੀ ਜਿਹੜਾ ਲੈਟਰ ਲਿਖਿਆ ਬਾਰ-ਬਾਰ ਪੜ੍ਹਨ ਤੇ ਉਹਦੇ ਵਿੱਚ ਇੱਕ ਫੈਕਟ ਹੀ ਤਰਲੋਚਨ ਸਿੰਘ ਰਿਆਸਤੀ ਦੀ ਮੌਤ ਦਾ ਫੈਕਟ ਹੀ ਗਲਤ ਹੈ। UPI ਦੀ ਖਬਰ ਮੈਨੂੰ ਲੱਭੀ 1988 ਦੀ 9 ਜੂਨ 1988 ਨੂੰ ਅਸੈਸੀਨੇਸ਼ਨ ਹੋਇਆ ਉਹਦਾ, ਜਦਕਿ ਇਹਨਾਂ ਨੇ ਅਪ੍ਰੈਲ 1984 ਲਿਖ ਰੱਖਿਆ ਸੀ ਇਹਦੇ ਵਿੱਚ। ਸੋ ਕਹਿਣ ਦਾ ਮਤਲਬ ਕਿ ਮੈਨੂੰ ਤੇ ਇਹਨਾਂ ਦੀ ਆਈਡੀਓਲੋਜੀ ਵੀ ਨਹੀਂ ਸਮਝ ਆਈ ਕਿ ਕਿਤੇ ਕਹਿ ਰਹੇ ਕਿ ਮੈਂ ਸਿੱਖਾਂ ਵਾਸਤੇ ਅਸਤੀਫਾ ਦਿੱਤਾ, ਕਿਤੇ ਕਹਿ ਰਹੇ ਆ ਕਿ ਮੈਂ ਸਾਲਸੀ ਦੀ ਭੂਮਿਕਾ ਅਦਾ ਕੀਤੀ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਗੱਲਬਾਤ ਕੀਤੀ, ਕਿਤੇ ਕਹਿੰਦੇ ਆ ਕਿ ਤੁਸੀਂ ਕਮਿਊਨਲ ਹੋਣ ਵਾਲੇ ਬੰਦਿਆਂ ਦੇ ਨਾਲ ਮਹਾਰਾਸ਼ਟਰ ਚ ਸੰਡ ਕੱਢ ਕਰ ਲਈ ਤੇ ਕਿਤੇ ਆਪ RSS ਦੇ ਨਾਲ ਜਾਂ ਭਾਜਪਾ ਦੇ ਨਾਲ ਜੇ ਵਧਾ ਰਹੇ। ਸੋ ਇਹੋ ਜਿਹੇ ਲੋਕ ਜਿਹੜੇ ਇਹ ਗੱਲ ਕਹਿੰਦੇ ਆ ਕਿ ਜਦੋਂ ਮੈਂ ਵਾਟਰ ਸਮਝੌਤਾ ਜਿਹੜਾ ਪਾਣੀ ਸਮਝੌਤਾ ਸੀਗਾ ਉਹ ਰੱਦ ਕੀਤਾ ਤੇ 9 ਮਹੀਨੇ ਮੇਰੇ ਨਾਲ ਸੋਨੀਆ ਗਾਂਧੀ ਨੇ ਫੋਨ ਤੇ ਗੱਲ ਨਹੀਂ ਕੀਤੀ, ਤਾਂ ਉਸੇ ਕਾਂਗਰਸ ਦੇ ਵਿੱਚ ਤੁਸੀਂ ਰਹੇ ਹੋ ਔਰ ਉਸੇ ਹੀ ਕਾਂਗਰਸ ਨੂੰ ਤੁਸੀਂ ਅੱਜ ਛੱਡ ਰਹੇ ਹੋ ਜਿਹਦੇ ਕਰਕੇ ਤੁਸੀਂ ਆਹ ਸਾਰੇ ਪਾਪ ਜਿਹੜੇ ਆ ਉਹਨਾਂ ਦੇ ਹਿੱਸੇਦਾਰ ਬਣੇ। ਜੇ ਸੱਚੀਓ ਤੁਸੀਂ ਉਦੋਂ ਕਾਂਗਰਸ ਪਾਰਟੀ ਨੂੰ ਸੋਚਿਆ ਕਿ ਯਾਰ ਜਿੰਨਾ ਮਰਜ਼ੀ ਪਾਪ ਹੋ ਜੇ ਮੈਂ ਪਾਰਟੀ ਨਹੀਂ ਛੱਡਣੀ, ਪਾਰਟੀ ਦੀ ਆਨ ਬਾਨ ਸ਼ਾਨ ਦਾ ਸਵਾਲ ਹੈ, ਹੁਣ ਆਖਰੀ ਉਮਰ ਦੇ ਪੜਾਅ 'ਚ ਕਿਹੜੀ ਵਿਪਤਾ ਪੈ ਗਈ ਛੱਡਣ ਦੀ? ਜੀ ਬਿਲਕੁਲ ਸਹੀ ਗੱਲ। ਵੌਇਸ ਆਫ ਸਿਟੀ 3020 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਇੱਕ ਹੋਰ ਤੁਰਿਆ ਫਿਰਦਾ ਜੀ ਸ਼ਗੂਫਾ ਕਹਿ ਲਓ ਜਾਂ ਇੱਕ ਲੇਖ ਜਾਂ ਕਹਿ ਲਓ, ਮੁਸਤਫਾ ਸਾਹਿਬ ਨੇ ਆਪਣੇ ਤੇ ਨਾਲ ਜਿਹੜੀ ਸਾਜ਼ਿਸ਼ ਹੋਣ ਦੇ ਦੋਸ਼ ਲਾਤੇ ਨੇ। ਮੁਸਤਫਾ ਸਾਹਿਬ ਕਹਿੰਦੇ ਨੇ ਕਿ ਖੁਦ ਨਾਲ ਸਾਜ਼ਿਸ਼ ਹੋਣ ਦੇ ਦੋਸ਼ ਲੱਗੇ ਨੇ ਉਹਨਾਂ ਦੇ। ਹਾਂਜੀ, ਦੇਖੋ ਉਹਨਾਂ ਨੇ ਦੋਸ਼ ਲਾਏ ਆ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ DGP ਬਣਨ ਤੋਂ ਰੋਕਿਆ ਗਿਆ। ਉਹਦੇ ਵਿੱਚ ਉਹਨਾਂ ਨੇ ਜਿਹੜੇ ਸਾਬਕਾ DGP ਅਰੋੜਾ ਹੈ ਉਹਨਾਂ ਦੇ ਨਾਲ ਜਿਹੜੇ ਦਿਨਕਰ ਗੁਪਤਾ, ਇਹਨਾਂ ਸਾਰਿਆਂ ਤੇ ਹੀ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਕੌਨਸਪੀਰੇਸੀ ਰਚਣ ਦੇ ਦੋਸ਼ ਲਾਏ ਆ ਕਿ ਜਿਹੜੇ
ਅਮਰਿੰਦਰ ਸਿੰਘ ਹੈ, ਇਹਨਾਂ ਨੇ ਇਸ ਤਰ੍ਹਾਂ ਇੱਕ ਕੌਨਸਪੀਰੇਸੀ ਬਣਾ ਕੇ ਮੈਨੂੰ ਦੂਰ ਕੀਤਾ ਇਸ ਚੀਜ਼ ਤੋਂ। ਵੈਸੇ ਦੇਖੋ ਗੱਲ ਇਹ ਆ ਕਿ ਸੀਨੀਅਰਟੀ ਦੇ ਲਿਹਾਜ਼ ਦੇ ਨਾਲ ਮੁਸਤਫਾ ਦੌੜ ਦੇ ਵਿੱਚ ਅੱਗੇ ਸੀਗੇ। ਉਹ ਕਿਵੇਂ ਹੋਇਆ ਕੀ ਨਹੀਂ ਹੋਇਆ ਉਹ ਸਭ ਨੂੰ ਪਤਾ ਹੀ ਹੈ। ਦਿਨਕਰ ਗੁਪਤਾ ਬਾਜ਼ੀ ਇਸ ਕਰਕੇ ਮਾਰ ਗਏ ਕਿਉਂਕਿ ਉਹ ਕਹਿ ਲਓ ਕਿ ਸੈਂਟਰ ਦੇ ਕੁਛ ਪਾਵਰਫੁਲ ਜਾਂ ਪਾਵਰ ਹਾਊਸ ਦੇ ਬਹੁਤ ਨਜ਼ਦੀਕ ਸਨ ਔਰ ਉਹਨਾਂ ਦੇ ਨਾਲ ਹੀ ਤੁਹਾਨੂੰ ਪਤਾ ਅਮਰਿੰਦਰ ਸਿੰਘ ਹੋਰਾਂ ਦੀ ਵੀ ਨੇੜਤਾ ਸੀਗੀ ਔਰ ਦੋਵੇਂ ਹੀ ਟੌਪ ਪੋਸਟਾਂ ਤੇ ਪਹੁੰਚੇ ਪੰਜਾਬ ਦੇ ਦੋਵੇਂ ਜੀ। ਇਹ ਕੋਈ ਛੋਟੀ ਗੱਲ ਨਹੀਂ ਹੁੰਦੀ। ਚਲੋ ਇਹਨਾਂ ਦੇ ਸ਼ਿਕਵੇ ਸ਼ਿਕਾਇਤਾਂ ਦਾ ਜਾਇਜ਼ ਨੇ ਕਿਉਂਕਿ ਕੋਈ ਵੀ ਬੰਦਾ ਜਦੋਂ ਸੀਨੀਅਰਟੀ ਰੱਖਦਾ ਹੋਵੇ, ਪੈਮਾਨਿਆਂ ਤੇ ਖਰਾ ਉਤਰਦਾ ਹੋਵੇ ਤੇ ਉਹ ਦੁੱਖ ਤੇ ਹੁੰਦਾ ਹੀ ਆ ਨਾ। ਦਰਅਸਲ ਗੱਲ ਇਹ ਆ ਕਿ ਰੌਲਾ ਇਸ ਚੀਜ਼ ਦਾ ਆ ਕਿ ਹੁਣ ਇਹ ਗੱਲ ਤਾਂ ਕਿਸੇ ਇੱਕ ਮੁਸਤਫਾ ਦੇ ਨਾਲ ਜੁੜੀ ਨਹੀਂ ਹੈ, ਬਹੁਤ ਸਾਰੇ ਅਫਸਰਾਂ ਦੇ ਨਾਲ ਜੁੜੀ ਹੈ। ਹੁਣ ਵੀ ਜੇ ਤੁਸੀਂ ਦੇਖੋ ਕਿ UPSC ਦਾ ਜਿਹੜਾ ਪੈਨਲ ਘੱਲਿਆ ਗਿਆ ਉਹਦੇ ਵਿੱਚ ਸਰਕਾਰੀ ਤੌਰ ਤੇ ਕਿਤੇ ਨਾ ਕਿਤੇ ਕਹਿ ਲਓ ਕਿ ਕਲੈਰੀਕਲ ਐਰਰ ਆਈ ਆ। ਜਿਹੜੇ ਦੋ ਕੁ ਮੁੱਦੇ ਆ ਮਤਲਬ ਕਿ ਉਹਦੇ ਵਿੱਚ ਇੱਕ ਅਫਸਰ ਦਾ ਐਸਾ ਨਾਂ ਹੈ ਕਿ ਸ਼ਾਰਟਕਟ 'ਚ ਲਿਖਿਆ ਤੇ ਇੱਕ ਥਾਂ ਤੇ ਪੂਰਾ ਲਿਖ ਦਿੱਤਾ। ਉਹ ਕਹਿੰਦੇ ਕਿ ਸਾਨੂੰ ਸਮਝ ਨਹੀਂ ਆ ਰਹੀ ਕਿ ਇਹ ਇੱਕੋ ਅਫਸਰ ਹੈ ਜਾਂ ਇਹ ਦੋ ਵੱਖ-ਵੱਖ ਨਾਮ ਨੇ। ਤਾਂ ਤੁਸੀਂ ਸੋਚੋ ਕਿ ਉਹ UPSC ਦਾ ਪੈਨਲ ਵਾਪਸ ਆ ਗਿਆ, ਮਹੀਨਾ ਇੱਕ ਫੇਰ ਪ੍ਰਕਿਰਿਆ 'ਚ ਲੰਘ ਜਾਣਾ ਹੋਊ। ਇਹ ਕਿਉਂ ਹੋਇਆ? ਕਿਉਂਕਿ ਹੋ ਸਕਦਾ ਆ ਕਿ ਕਿਸੇ ਨੇ ਕਰਵਾਇਆ ਹੋਵੇ ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਤੇ ਦੂਜੀਆਂ ਕੁਛ ਹਸਤੀਆਂ ਦੀ ਪਾਵਰਫੁਲ ਹਸਤੀਆਂ ਦੀ ਨਸਲ ਚੱਲ ਰਹੀ ਹੈ ਨਾ DGP ਬਦਲਾਉਣ ਨੂੰ ਲੈ ਕੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਦ ਤੱਕ ਸਿਆਸਤ ਦੇ ਹੱਥਾਂ 'ਚ ਇਹ ਸਾਰੀਆਂ ਚੀਜ਼ਾਂ ਹੈ, ਖਾਸ ਤੌਰ ਤੇ ਪੁਲਿਸ ਹੈ, ਉਦੋਂ ਤੇ ਇਹ ਸਭ ਕੁਛ ਹੋਏਗਾ। ਉਦੋਂ ਤੱਕ ਇਹ ਮੁਸਤਫਾ ਵਰਗੇ ਲੋਕ ਜਿਹੜੇ ਆ ਇਹ ਕਿਉਂ ਨਹੀਂ ਕਹਿੰਦੇ ਕਿ ਪੁਲਿਸ ਦੇ ਵਿੱਚ ਸੁਧਾਰ ਹੋਣਾ ਚਾਹੀਦਾ, ਪੁਲਿਸੀਆ ਸਿਸਟਮ ਬਦਲਣਾ ਚਾਹੀਦਾ ਹੈ, ਇੱਕ ਆਜ਼ਾਦ ਕਮਿਸ਼ਨ ਹੋਵੇ ਜਿਹਦੇ ਵਿੱਚ ਆਜ਼ਾਦ ਸੁਤੰਤਰ ਤੌਰ ਤੇ 4-5 ਬੰਦੇ ਅਪੁਆਇੰਟ ਕੀਤੇ ਜਾਣ ਤੇ ਜਿਹੜੀਆਂ ਵੱਡੀਆਂ ਅਪੁਆਇੰਟਮੈਂਟਸ ਨੇ ਉਹ ਕਰਨ। ਇਹ ਜ਼ਰੂਰਤ ਹੀ ਨਾ ਪਵੇ। ਇਹ ਕੀ ਹੋਇਆ? SSP ਹੁਣ ਇੱਕ ਮੰਤਰੀ ਦਾ ਭਾਣਜਾ ਜਿਹੜਾ ਹੁਸ਼ਿਆਰਪੁਰ ਦਾ SSP ਸੀ ਉਹਨੂੰ ਅਮਰਿੰਦਰ ਨੇ ਚੱਕ ਕੇ ਮਾਰਿਆ ਇੱਥੇ ਮੇਰੇ ਖਿਆਲ ਉਹਦੇ ਨਾਲ ਇੱਕ ਟ੍ਰੇਨਿੰਗ ਸੈਂਟਰ 'ਚ। ਅਮਰਿੰਦਰ ਨੂੰ ਚਲਾ ਕੇ ਉਹਨਾਂ ਨੇ ਮਾਰਿਆ ਮਰੇ। ਫਿਰ ਉਹੀ ਭਾਣਜਾ ਉਹਦਾ ਜਿਹੜਾ ਉਹ ਇੱਕ ਵੱਡੇ ਸ਼ਹਿਰ ਦਾ SSP ਲੱਗ ਗਿਆ ਜੀ। ਤਾਂ ਜਦ ਤੱਕ ਇਹ ਸਾਰੀਆਂ ਚੀਜ਼ਾਂ ਉਹਨਾਂ ਦੇ ਹੱਥ 'ਚ ਨਹੀਂ ਉਹ ਤੇ ਭਾਈ ਆਪਣੇ ਹਿਸਾਬ ਨਾਲ ਚਲਾਉਗੇ ਨਾ। ਗੱਲ ਤਾਂ ਖੈਰ ਦੀ ਨਹੀਂ, ਗੱਲ ਪੈ ਦੀ ਆ, ਗੱਲ ਸੁਧਾਰਾਂ ਦੀ ਕਰੋ ਜੀ ਕਿ ਭਾਈ ਜੋ ਪ੍ਰਕਾਸ਼ ਸਿੰਘ ਵਾਲੇ ਕੇਸ ਦੇ ਵਿੱਚ ਸੁਪਰੀਮ ਕੋਰਟ ਦੀ ਰੂਲਿੰਗ ਗਿਆ ਉਹਦੇ 6-7 ਜਿਹੜੇ ਨੁਕਤੇ ਆ ਉਹ ਇੰਪਲੀਮੈਂਟ ਕਿਉਂ ਨਹੀਂ ਕੀਤੇ ਪੰਜਾਬ ਨੇ ਪੂਰਨ ਤੌਰ ਤੇ ਉਹਦਾ ਜਵਾਬ ਦੇ ਦਿਓ ਔਰ ਸਿੱਧੂ ਤੋਂ ਕਰਵਾ ਲਓ ਕਿਉਂਕਿ ਸਿੱਧੂ ਦੇ ਏਜੰਡੇ ਤੇ ਬਹੁਤ ਸਾਰੇ ਮੁੱਦੇ ਨੇ ਤਾਂ ਪੁਲਿਸ ਰਿਫਾਰਮਸ ਕਿਉਂ ਨਹੀਂ ਉਹਦੇ ਏਜੰਡੇ ਤੇ ਆ ਰਹੇ ਜੀ। ਅਗਲੀ ਕਾਲ ਲੈ ਲੈਣੇ ਜੀ, ਵੈਲਕਮ ਆਖਦੇ ਹਾਂ ਜੀ। ਹੈਲੋ ਹਾਂਜੀ ਚਾਵਲਾ ਜੀ, ਤਾਂ ਮਿੰਟੂ ਗੁੱਸਰ ਗਿਆ ਭਾਈ, ਸਤਿ ਸ਼੍ਰੀ ਅਕਾਲ ਤੇ ਗੁੱਡ ਮਾਰਨਿੰਗ ਜੀ। ਚਾਵਲਾ ਜੀ ਤੁਹਾਨੂੰ ਬੰਦੀ ਛੋੜ ਦੀ ਦਵਾਈ ਦੀਆਂ ਬਹੁਤ ਬਹੁਤ ਤੁਹਾਨੂੰ ਵੀ ਦੀ ਬਹੁਤ ਤੇ ਮਿੰਟੂ ਗੁੱਸਰ ਗਿਆ ਭਾਈ ਤੁਹਾਨੂੰ ਵੀ ਬਹੁਤ ਮੁਬਾਰਕਾਂ, ਤੁਹਾਡੀ ਫੈਮਿਲੀ ਬਹੁਤ ਸ਼ੁਕਰੀਆ ਤੁਹਾਨੂੰ ਵੀ ਸਭ ਨੂੰ ਵਧਾਈ। ਤੇ ਮਿੰਟੂ ਭਾਜੀ ਮੈਂ ਇੱਕ ਕੁਐਸਚਨ ਤਾਂ ਹੈ ਕਿ ਬਥੇਰੇ ਆ ਨਵਜੋਤ ਸਿੰਘ ਸਿੱਧੂ ਸਾਹਿਬ ਹੋਣੀ ਮੇਰਾ ਖਿਆਲ ਵਿਰੋਧੀ ਧਿਰ ਦਾ ਉਹ ਪੂਰੀ ਤਰ੍ਹਾਂ ਨਿਭਾ ਰਹੇ ਆ ਕਿ ਜੋ ਵਿਰੋਧੀ ਧਿਰ ਨੂੰ ਨਿਭਾਉਣਾ ਚਾਹੀਦਾ ਸੀਗਾ ਉਹ ਆਪਣੀ ਹੀ ਪਾਰਟੀ ਧੱਤੇ ਪਾਣੀ 'ਚ ਪਾਈ ਜਾਂਦੇ ਕਿ ਇਹ ਸਿਰਫ ਫੇਸਬੁੱਕ ਤੇ ਹੀ ਤੱਕਰ ਸੀਮਤ ਆ ਨਵਜੋਤ ਸਿੰਘ ਸਿੱਧੂ ਸਾਹਿਬ ਹੋਣੀ ਕਿ ਜਿਹੜਾ ਗਰਾਊਂਡ ਰਿਐਲਿਟੀ ਆ ਕਿ ਉੱਥੇ ਵੀ ਕੋਈ ਜਾ ਕੇ ਇਹ ਕੰਮ ਕਰ ਰਹੇ ਆ, ਉੱਥੇ ਵੀ ਜਿਹੜੇ ਬੰਦੇ ਦੀ ਨਬਜ਼ ਆ ਉਹਨੂੰ ਪੜ ਰਹੇ ਆ। ਨੰਬਰ 1। ਨੰਬਰ 2 ਜਿਹੜੇ ਆਪਣੇ ਕੈਪਟਨ ਸਾਹਿਬ ਆ ਇਹਨਾਂ ਨੇ ਪਾਰਟੀ ਦਾ ਖੜੀ ਕਰ ਦਿੱਤੀ ਆ ਕਿ ਹਾਂ ਵੀ ਪਾਰਟੀ ਇਹਦੇ ਵਿੱਚ ਜਾਊਗਾ ਕੌਣ, ਇੱਕ ਇਹਦੇ ਬਾਰੇ ਦੱਸਿਓ। ਤੇ ਹੁਣ ਜਿੱਦਾਂ ਇਲੈਕਸ਼ਨਾਂ ਆਉਣ ਦੀ ਪੂਰੀ ਸੰਭਾਵਨਾ ਆ ਤੇ ਭਾਜੀ ਇੱਕ ਜੇ ਕਰ ਲਈਏ ਤਾਂ ਵਧੀਆ ਰਹੂਗਾ। ਤੁਸੀਂ ਤੇ ਤਿਆਰੀ ਕਰਕੇ ਬੈਠੇ ਹੁਣ ਜਾਂ ਤਾਂ ਅਸੀਂ ਲਿਖੀਏ ਲਾਈਵ TV ਵੀ ਚੱਲਦਾ ਨਾਲ ਹਨਾ। ਇੱਕ ਕਰ ਲਓ ਤੁਸੀਂ। 2 ਸਵਾਲ ਆ, ਚੋਣਾਂ ਵੀ ਆ ਰਹੀਆਂ, ਕਰ ਲਓ। ਮੈਂ ਯਾਦ ਰੱਖਦਾ ਚੋਣਾਂ। ਅਗਲਾ ਕੁਐਸਚਨ ਕੀ ਹੈ? ਹਾਂਜੀ ਇਲੈਕਸ਼ਨ ਜਿੱਦਾਂ ਆ ਰਹੀ ਆ, ਇਲੈਕਸ਼ਨਾਂ ਦੇ ਵਿੱਚ ਕੀ ਤੁਹਾਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਸਾਹਿਬ ਉਹਨਾਂ ਨੂੰ ਮੋਹਰੇ ਕਰਨਗੇ ਜੀ? ਮਿਹਰਬਾਨੀ। ਇੱਕ ਪਾਸੇ ਤੇ ਲਾ ਕੇ ਰੱਖਣਗੇ। ਪਹਿਲਾ ਕੁਐਸਚਨ ਤੇ ਸਿੱਧੂ ਸਾਹਿਬ ਜਿਹੜੇ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੇ ਆ। ਦੂਜਾ ਕੁਐਸਚਨ ਹੈ ਕੈਪਟਨ ਸਾਹਿਬ ਨੇ ਆਪਣੀ ਪਾਰਟੀ ਖੜੀ ਕਰ ਲਈ ਹੈ। ਤੀਜਾ ਕੁਐਸਚਨ ਇਹਨਾਂ ਦਾ ਇਹ ਹੈ ਕਿ ਕੀ ਸਿੱਧੂ ਨੂੰ ਅੱਗੇ ਲਾਉਣਗੇ ਜਾਂ ਨਹੀਂ ਚੋਣਾਂ 'ਚ? ਹਾਂਜੀ ਪਹਿਲੀ ਗੱਲ ਹੈ ਨਾ ਮੈਂ ਤੁਹਾਡੇ ਤੋਂ ਮਾਫੀ ਮੰਗ ਲਵਾਂ। ਮੈਨੂੰ ਸਵਾਲਾਂ ਦੇ ਜਵਾਬ ਦੇਣ 'ਚੋਂ ਕੋਈ ਉਹ ਨਹੀਂ ਹਿਚਕਿਚਾਹਟ ਨਹੀਂ ਹੈ। ਤੁਹਾਡੇ ਸਵਾਲ ਹੈ ਪਰ ਮੈਂ ਭੁੱਲ ਜਾਂਦਾ, ਮੈਂ ਭੁਲੱਕੜ ਆਦਮੀ ਹਾਂ।
ਸੋ ਇਸ ਕਰਕੇ ਇੱਕ ਇੱਕ ਕਰਕੇ ਆਪਾਂ ਕੋਸ਼ਿਸ਼ ਕਰਦੇ ਹਾਂ। ਜਿੱਥੋਂ ਤੱਕ ਸਿੱਧੂ ਦੀ ਗੱਲ ਹੈ, ਵੈਸੇ ਮੈਂ ਇਸ ਚੀਜ਼ ਨੂੰ ਬਹੁਤ ਅੱਛਾ ਮੰਨਦਾ ਸਰ, ਅੱਛਾ ਮੰਨਦਾ ਆ। ਹਾਲਾਂਕਿ ਸਿੱਧੂ ਦੇ ਪ੍ਰਸ਼ੰਸਕ ਕਿਸੇ ਗੱਲ ਤੋਂ ਕਈ ਵਾਰ ਖਫਾ ਵੀ ਹੋ ਜਾਂਦੇ ਨੇ ਕਿ ਜੋ ਪਾਰਟੀ ਦੇ ਵਿੱਚ ਕਹਿ ਲਓ ਕਿ ਇੱਕ ਆਜ਼ਾਦੀ ਹੋਣੀ ਚਾਹੀਦੀ ਆ। ਮੈਂ ਤਾਂ ਵਿਪ ਵੁਪ ਨੂੰ ਵੀ ਬੇਕਾਰ ਮੰਨਦਾ, ਮਾਫ ਕਰਨਾ। ਕਿਉਂਕਿ ਕੀ ਹੈ, ਅਮਰੀਕਾ ਦੇ ਜਿੱਦਾਂ ਸੈਨੇਟਰ ਹੈ ਉਹ ਆਜ਼ਾਦਾਨਾ ਆਪਣੀ ਵੋਟ ਕਰਦੇ ਆ ਕਿ ਜਿੱਥੇ ਠੀਕ ਲੱਗੂਗਾ, ਪਾਰਟੀ ਲਾਈਨ ਤੋਂ ਨਹੀਂ ਕਰਦੀਆਂ। ਸਾਡੇ ਵੀ ਇਹ ਸਿਸਟਮ ਹੋਣੇ ਚਾਹੀਦੇ ਆ ਕਿ ਕੋਈ ਬੰਦਾ ਪਾਰਟੀ 'ਚ ਆਜ਼ਾਦਾਨਾ ਤਰੀਕੇ ਨਾਲ ਬੋਲੇ, ਪਾਲਿਸੀਆਂ ਦੇ ਖਿਲਾਫ ਬੋਲੇ, ਔਰ ਇਹ ਹੋਣਾ ਚਾਹੀਦਾ। ਕਿਉਂ ਭਾਈ, ਜੇ ਤੁਸੀਂ ਪਾਰਟੀ ਤੋਂ ਜਿੱਤੇ ਤਾਂ ਇਹਦਾ ਮਤਲਬ ਇਹ ਥੋੜੀ ਕਿ ਪਾਰਟੀ ਸਭ ਕੁਛ ਰੌਂਗ ਕਰੀ ਜਾਵੇ ਤੇ ਅਮਰਿੰਦਰ ਸਿੰਘ ਵਾਂਗੂ ਬਸ ਬਗਲੇ ਬਣ ਕੇ ਚੱਲੀ ਚੱਲੋ, ਵਧੀਆ ਗੱਲ ਹੈ। ਹਾਂ, ਪਰ ਸਿੱਧੂ ਦੀ ਜਿਹੜੀ ਗੱਲ ਹੈ ਨਾ ਕਿ ਉਹ ਬਿਲਕੁਲ ਇੱਕ ਤੇ ਹੈ ਕਿ ਸਿਲੈਕਟਿਵ ਮੁੱਦਿਆਂ ਦੀ ਉਹਦੀ ਪਹੁੰਚ ਹੈ। ਮੈਂ ਜਿਵੇਂ ਹੁਣ ਪੁਲਿਸ ਰਿਫਾਰਮ ਦੀ ਗੱਲ ਕੀਤੀ ਹੈ, ਦੱਸੋ ਸਭ ਤੋਂ ਵੱਡਾ ਨੁਕਸ ਹੈ ਕਿ ਨਹੀਂ ਹੈ? ਕਦੇ ਕਦੇ ਤੁਸੀਂ ਸੁਣਿਆ ਇਹਨਾਂ ਦੇ ਉਹ ਕਿ ਪੁਲਿਸ ਰਿਫਾਰਮ ਹੋਣੇ ਚਾਹੀਦੇ? ਪੁਲਿਸ ਦੀ ਜਿਹੜੀ ਕਹਿ ਲਓ ਕਿ ਆਜ਼ਾਦਾਨਾ ਕੰਮ ਕਰਨ ਵਾਲੀ ਪ੍ਰਣਾਲੀ ਹੈ ਜਿਹੜੀ, ਉਹ ਆਜ਼ਾਦ ਛੱਡ ਦੇਣੀ ਚਾਹੀਦੀ ਹੈ। ਨਹੀਂ, ਗੱਲ ਨਹੀਂ ਕਰਦੇ ਕਿਉਂਕਿ ਪੁਲਿਸ ਤੇ ਟੂਲ ਹੈ ਨਾ ਇਹਨਾਂ ਦਾ। ਫਿਰ ਸੈਕੰਡ ਚੀਜ਼, ਪੌਰ ਪਾਣੀ ਤੇ ਕਦੇ ਕੋਈ ਗੱਲ ਹੋਈ ਹੈ? ਜਦ ਕਿ ਸਭ ਤੋਂ ਜ਼ਿਆਦਾ ਕੈਂਸਰ, ਕਾਲਾ ਪੀਲੀਆ ਵਗੈਰਾ ਵਗੈਰਾ ਅਸੀਂ ਮਰਨ ਰਹੇ ਹਾਂ। ਤਾਂ ਕਹਿਣ ਦਾ ਮਤਲਬ ਇਹ ਕਿ ਸਿੱਧੂ ਸਾਹਿਬ ਦੀ ਜਿਹੜੀ ਸਿਲੈਕਟਿਵ ਮੁੱਦਿਆਂ ਦੀ ਪਹੁੰਚ ਹੈ ਨਾ, ਉਹ ਕੁਛ ਕਹਿ ਲਓ ਕਿ ਗੁੰਝਲਦਾਰ ਆ। ਔਰ ਦੂਜੀ ਗੱਲ ਇਹ ਕਿ ਸੋਸ਼ਲ ਮੀਡੀਆ ਤੇ ਜ਼ਿਆਦਾ ਰਹਿੰਦੇ ਜੀ। ਗਰਾਊਂਡ ਤੇ ਤਾਂ ਮੈਨੂੰ ਲੱਗਦਾ ਕਿ ਉਹਨਾਂ ਨੇ ਸਾਰੇ ਪੰਜਾਬ ਦਾ ਹਾਲੇ ਤੱਕ ਦੌਰਾ ਵੀ ਨਹੀਂ ਕੀਤਾ ਹੋਏਗਾ। ਬਹੁਤ ਸਾਰੇ ਇਸ ਤਰ੍ਹਾਂ ਦੇ ਪਿੰਡ ਜਾਂ ਏਰੀਆ ਜਿਹੜੇ ਆ ਉਹ ਹੋਏ ਹੋਣਗੇ ਜਿਹੜੇ ਸਿੱਧੂ ਨੇ ਕਦੇ ਦੇਖੇ ਨਹੀਂ। ਤਾਂ ਇਹ ਆ ਕਿ ਹੇਠਲੇ ਪੱਧਰ ਤੇ ਜਦੋਂ ਆਉਣਗੇ ਦੇਖਿਆ ਜਾਊਗਾ, ਕਿਉਂਕਿ ਉਹ ਬਤੌਰ ਪ੍ਰਧਾਨ ਆਉਣਗੇ ਹੁਣ ਪੰਜਾਬ 'ਚ, ਉਹਨਾਂ ਨੂੰ ਜਾਣਾ ਪਏਗਾ ਸਾਰੇ ਪੰਜਾਬ 'ਚ, ਤਾਂ ਉਦੋਂ ਦੇਖਾਂਗੇ ਕਿੰਨਾ ਕੁ ਚੜਾਅ ਹੁੰਦਾ। ਹਾਂ, ਅਮਰਿੰਦਰ ਸਿੰਘ ਦੀ ਪਾਰਟੀ 'ਚ ਕੌਣ ਜਾਂਦਾ ਕੌਣ ਨਹੀਂ ਜਾਂਦਾ ਕੋਈ ਫਰਕ ਨਹੀਂ ਪੈਂਦਾ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਕਿਉਂਕਿ ਉਹਦਾ ਟੱਕਰ ਵਾਲਾ ਕੰਮ ਹੈ ਜਿਹੜਾ ਉਹ ਸਿੱਧਾ ਕਾਂਗਰਸ ਦੇ ਨਾਲ ਹੀ ਹੈ ਜੀ। ਤੇ ਉਹਦੇ ਵਿੱਚ ਉਹ ਕੋਈ ਹੋ ਸਕਦਾ ਨਾਰਾਜ਼ ਕਾਂਗਰਸੀ ਆ ਜੇ, ਕੋਈ ਇੱਧਰੋਂ ਆ ਜੇ, ਕੋਈ ਉੱਧਰੋਂ ਆ ਜੇ, ਉਹਨੇ ਕਾਂਗਰਸ ਦਾ ਨੁਕਸਾਨ ਕਰਕੇ ਉਹਦੇ ਨਾਲ ਫਾਇਦਾ ਜਿਹੜਾ ਭਾਜਪਾ ਦਾ ਜਾਂ ਅਕਾਲੀਆਂ ਦਾ ਕਰਨਾ। ਇਹਦੇ ਵਿੱਚ ਹੁਣ ਅੱਗੇ ਦੇਖਾਂਗੇ ਕੀ ਹੁੰਦਾ ਕੀ ਨਹੀਂ ਹੁੰਦਾ, ਪਰ ਉਹ ਨੁਕਸਾਨ ਇਸ ਤਰੀਕੇ ਨਾਲ ਕਰੇਗਾ ਅਮਰਿੰਦਰ ਸਿੰਘ ਕਿ ਜਦੋਂ ਵੀ ਇਹਨਾਂ ਦੀਆਂ ਟਿਕਟਾਂ ਦੀ ਵੰਡ ਹੋਗੀ, ਮੇਰਾ ਜਿੰਨਾ ਕੋ ਮੰਨਣਾ ਹੈ, ਉਹ ਫਿਰ ਸੱਪ ਕੱਢ ਦੇਗਾ ਆਪਣੀ, ਮਤਲਬ ਕਿ ਜੋ ਹੁੰਦੀ ਹੈ ਨਾ ਹੁਣ ਜੋਗੀਆਂ ਕੋਲ ਕੀ ਹੁੰਦਾ ਪਟਾਰਾ, ਤਾਂ ਉਹਦੇ ਵਿੱਚੋਂ ਫਿਰ ਸੱਪ ਕੱਢ ਦੇਗਾ ਕਿ ਆਹ ਲਓ ਚੱਕੋ ਆਹ ਬੰਦੇ ਦੀ ਫਾਈਲ, ਆਹ ਚੱਕੋ ਆਹ ਬੰਦੇ ਦੀ ਫਾਈਲ, ਚੈਨ ਚ ਖਾਤੇ ਦਾ ਪਹੁੰਚਾ ਨਾ ਟਿਕਟ ਵਾਪਸ ਲੈ ਸਕਦੇ ਆ ਨਾ ਉਸ ਬੰਦੇ ਤੋਂ ਇਲੈਕਸ਼ਨ ਲੜਵਾਇਆ। ਅੱਛਾ ਮਿੰਟੂ ਜੀ, ਜੇ ਆਪਾਂ ਗੱਲ ਕਰੀਏ ਜਿਹੜੇ ਮਲੇਰਕੋਟਲਾ ਆਪਣੇ ਕਿੱਥੋਂ ਦੀ ਹੈ, ਆਪਣੇ ਹਾਂ ਜ਼ਿਲ੍ਹੇ ਦੀ ਗੱਲ ਮੈਂ ਵੀ ਤੁਹਾਡੇ ਨੂੰ ਭੁੱਲਣ ਲੱਗ ਪਿਆ, ਸ਼ਾਇਦ ਹੁਣੇ ਤਾਂ ਕੁਐਸਚਨ ਕਰਕੇ ਹਟੇ ਆ। ਪਿੱਠ ਤੇ ਅੱਤਵਾਦੀ ਬਰਨਾਲਾ, ਸੌਰੀ ਹਾਂ ਬਰਨਾਲਾ ਪਿੱਠ ਤੇ ਅੱਤਵਾਦੀ ਲਿਖਣ ਦਾ ਕੈਦੀ ਨੇ ਦੋਸ਼ ਲਾਇਆ, ਜਿਹੜਾ ਤੁਹਾਡਾ ਨਜ਼ਰੀਆ ਕੀ, ਤੁਸੀਂ ਇਸ ਜਿਹੜਾ ਘਟਨਾਕ੍ਰਮ ਨੂੰ ਕਿਵੇਂ ਲੈਂਦੇ ਹੋ? ਕਿਉਂਕਿ ਬਹੁਤ ਵੱਡੀ ਗੱਲ ਹੈ, ਕੋਈ ਛੋਟੀ ਜੀ ਗੱਲ ਤਾਂ ਹੈ ਨਹੀਂ। ਜੇ ਉਹ ਦੋਸ਼ ਲਾ ਰਿਹਾ, ਲਿਖਿਆ ਕਿੰਨੇ ਆ, ਕਿਉਂ ਲਿਖਿਆ, ਉਹ ਆਪ ਤਾਂ ਪਿੱਛੇ ਜਾ ਕੇ ਲਿਖ ਨਹੀਂ ਸਕਦਾ, ਕਿਉਂਕਿ ਆਪਾਂ ਤਾਂ ਕਰ ਨਹੀਂ ਸਕਦੇ, ਪੁੱਠੇ ਹੋ ਕੇ ਵੀ ਨਹੀਂ ਬੰਦਾ ਕਰ ਸਕਦਾ। ਹਾਂ, ਲਿਖਿਆ ਤਾਂ ਹੈ ਨਾ। ਦੇਖੋ, ਇਹ ਤਾਂ ਜਾਂਚ ਪੜਤਾਲ ਦਾ ਵਿਸ਼ਾ ਹੈ ਨਾ ਕਿ ਕਿਸਨੇ ਲਿਖਿਆ, ਕਿਸ ਤਰ੍ਹਾਂ ਉਹ ਸਭ ਕੁਛ ਵਾਪਰਿਆ ਵਾ। ਵੈਸੇ ਇਹਦਾ ਇਨਵੈਸਟੀਗੇਸ਼ਨ ਦਾ ਮੇਰੇ ਖਿਆਲ ਨਾਲ ਕੰਮ ਸਟਾਰਟ ਵੀ ਹੋ ਗਿਆ, ਤੇ ਜੇ ਇਸ ਤਰ੍ਹਾਂ ਕੀਤਾ ਗਿਆ ਤੇ ਬਹੁਤ ਮਾੜੀ ਗੱਲ ਹੈ, ਬਹੁਤ ਮਾੜੀ ਗੱਲ ਹੈ। ਅੱਗੇ ਇੱਕ ਪੱਤਰਕਾਰਾਂ ਦੇ ਗਰੁੱਪ ਦੇ ਵਿੱਚ ਚਰਚਾ ਚੱਲ ਰਹੀ ਸੀਗੀ, ਮੈਂ ਉੱਥੇ ਵੀ ਗੱਲ ਕਹੀ ਸੀਗੀ, ਇਸ ਘਟਨਾ ਦਾ ਜਿਹੜਾ ਸੱਚ ਹੈ ਉਹ ਤੇ ਚਲੋ ਜਾਂਚ ਪੜਤਾਲ ਤੋਂ ਬਾਅਦ ਪਤਾ ਲੱਗੇਗਾ। ਪਰ ਮੈਂ ਜਿਹੜੀ ਇੱਕ ਚੀਜ਼ ਦੇਖੀ ਆ, ਮੈਂ ਆਪਣੇ ਨਿੱਜੀ ਤਜਰਬੇ ਦੇ ਆਧਾਰ ਤੇ, ਔਰ ਅਸੀਂ ਆਪ ਵੀ ਕੀਤੀਆਂ ਨੇ ਕਈ ਵਾਰ, ਕਿ ਕਈ ਵਾਰ ਕੀ ਹੁੰਦਾ, ਮੈਂ ਇਸ ਕੈਦੀ ਦੀ ਗੱਲ ਨਹੀਂ ਕਰ ਰਿਹਾ, ਮੈਂ ਓਵਰਆਲ ਜੋ ਦੇਖਿਆ ਕੀ ਦੇਖਿਆ ਜੋ ਜਾਂ ਆਪ ਕੀਤਾ ਵਾ ਉਹਦੇ ਆਧਾਰ ਤੇ ਦੱਸ ਦਿੱਤਾ ਕਿ ਅਸੀਂ ਉੱਥੇ ਕਈ ਵਾਰ ਇਹ ਹੁੰਦਾ, ਹੁਣ ਜਿੱਦਾਂ ਮੈਂ ਨਾਂ ਨਹੀਂ ਲਊਂਗਾ, ਇੱਕ ਜਥੇਦਾਰ ਜੀ ਆ ਬਹੁਤ ਵੱਡੇ, ਉਹਨਾਂ ਦੇ ਸਪੁੱਤਰ ਜੇਲ੍ਹ ਮਹਿਕਮੇ 'ਚ ਆ, ਉਹ ਬਹੁਤ ਸਖਤ ਕਿਸਮ ਦੇ ਤੇ ਬਹੁਤ ਕਹਿ ਲਓ ਕਿ ਪਾਰਦਰਸ਼ੀ ਢੰਗ ਨਾਲ ਚੱਲਣ ਵਾਲੇ ਅਫਸਰ ਆ। ਇੱਥੇ ਸਾਡੇ ਨੇੜੇ ਦੀ ਜੇਲ੍ਹ 'ਚ, ਤੇ ਮੇਰਾ ਇੱਕ ਵਾਰੀ ਇਹਨਾਂ ਨਾਲ ਮੇਲ ਮਿਲਾਪ ਵੀ ਹੋਇਆ, ਮੇਰੇ ਦੋਸਤ ਦੇ ਘਰ ਰਿਸ਼ਤੇਦਾਰ ਨੇ, ਤੇ ਬਹੁਤ ਸਹੀ ਢੰਗ ਨਾਲ ਚੱਲਣ ਵਾਲੇ ਆ, ਤੇ ਉਹਨਾਂ ਦੇ ਖਿਲਾਫ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਮਿਲਦੀਆਂ ਨੇ।
ਕਿਉਂ? ਕਿਉਂਕਿ ਸ਼ਕਤੀ ਜ਼ਿਆਦਾ ਹੁੰਦੀ, ਬੀੜੀ ਤੱਕ ਨਹੀਂ ਅੰਦਰ ਜਾਣ ਦਿੰਦੇ, ਠੀਕ ਹੈ ਨਾ। ਜਿੱਥੇ ਸ਼ਕਤੀ ਹੋਏਗੀ ਉੱਥੇ ਸ਼ਿਕਾਇਤਾਂ ਕਰਨ ਦਾ ਵੱਖੋ ਵੱਖ ਢੰਗ ਹੁੰਦਾ। ਕਈ ਵਾਰ ਕੈਦੀ ਸੜੀਆਂ ਹੋਈਆਂ 4 ਰੋਟੀਆਂ ਛਾਂਟ ਲੈਂਦੇ ਨੇ, ਉਹਨਾਂ ਨੂੰ ਜੇਲ੍ਹ 'ਚ ਪਾ ਲੈਂਦੇ ਆ। ਕਈ ਵਾਰ ਇਹ ਹੁੰਦਾ ਕਿ ਉੱਥੋਂ ਨਿਕਲ ਲੱਗਿਆ ਪੇਸ਼ੀ ਤੇ ਉਹ ਤਲਾਸ਼ੀ ਨਹੀਂ ਹੁੰਦੀ ਜਿਹੜੀ ਆਮ ਤੌਰ ਤੇ ਹੋਣੀ ਚਾਹੀਦੀ ਹੈ, ਉਹ ਨਿਕਲ ਜਾਂਦੇ, ਉਹ ਰੋਟੀਆਂ ਜਾ ਕੇ ਜੱਜ ਦੇ ਸਾਹਮਣੇ ਰੱਖ ਦਿੰਦੇ ਆ ਕਿ ਸਾਨੂੰ ਚਾਹ ਖਾਣਾ ਹੁੰਦਾ। ਜਦੋਂ ਵੀ ਇੱਕ ਸ਼ਿਕਾਇਤ ਕਰਨ ਦਾ ਢੰਗ ਹੈ ਨਾ। ਕਈ ਵਾਰ ਇਹ ਚੀਜ਼ ਹੁੰਦੀ ਹੈ ਕਿ ਦੇਖੋ, ਮੈਂ ਤੁਹਾਨੂੰ ਜੇਲ੍ਹ ਦੇ ਅੰਦਰੂਨੀ ਹਾਲਾਤ ਦੱਸਦਾ ਕਿ ਪੁਲਿਸ ਵਾਲੇ ਕਦੇ ਇਸ ਤਰ੍ਹਾਂ ਨਹੀਂ ਕਰਨਗੇ ਕਿ ਉਹ ਆਪਣੇ ਗੁਨਾਹ ਦੀ ਮੋਹਰ ਲਾ ਦੇਣ ਕਿਸੇ ਦੇ ਬੰਦੇ ਤੇ, ਕਿ ਉਹਨਾਂ ਦੀ ਮੋਹਰ ਦਿਸ ਪਵੇ ਜਾ ਕੇ ਸਿੱਧੀ। ਜੇ ਪਹਿਲੀ ਗੱਲ ਤੇ ਅੱਜ ਦੇ ਦੌਰ ਦੇ ਵਿੱਚ ਪੁਲਿਸ ਤੇ ਜਾਨ ਲਗਾਉਂਦੀ ਫਿਰਦੀ ਆ, ਕਿਉਂਕਿ ਅੰਦਰ ਮੁੰਡਿਆਂ ਦੇ ਗਰੋਹ ਬੜੇ ਸੋਲਿਡ ਨੇ, ਉਹ ਪੈ ਜਾਂਦੇ ਇਹਨਾਂ ਨੂੰ। ਇੱਕ ਅਵੇਅਰਨੈਸ ਬਹੁਤ ਜ਼ਿਆਦਾ ਆ ਗਈ ਆ। ਉਹ ਟਾਈਮ ਗਿਆ ਜਦੋਂ ਕੈਦੀਆਂ ਨੂੰ ਅੰਦਰ ਕੁੱਟਿਆ ਜਾਂਦਾ ਸੀ, ਮਾਰਿਆ ਜਾਂਦਾ ਸੀ, ਪਟੇ ਮਾਰੇ ਜਾਂਦੇ ਸੀ, ਡਾਂਗਾ ਮਾਰੀਆਂ ਜਾਂਦੀਆਂ ਸੀ। ਹਾਂ, ਇਹ ਨਹੀਂ ਮੈਂ ਕਹਿੰਦਾ ਕਿ ਜੇਲ੍ਹ ਦੇ ਵਿੱਚ ਹੁਣ ਸਭ ਕੁਝ ਸਹੀ ਹੋ ਗਿਆ, ਸਭ ਅੱਛਾ ਸਹੀ ਹੈ, ਐਸਾ ਨਹੀਂ ਹੈ। ਪਰ ਸਿੱਧੇ ਤੌਰ ਤੇ ਦੇਖੋ, ਇੱਕ ਹੋਰ ਤੁਹਾਨੂੰ ਦੱਸ ਦਿੰਦਾ, ਮੈਂ ਲੁਧਿਆਣੇ ਰਿਹਾ ਪੌਣੇ 2 ਸਾਲ। ਉੱਥੇ ਇੱਕ ਕੈਦੀ ਹੁੰਦਾ ਸੀ, ਉਹਦਾ ਪੂਰਾ ਨਾਂ ਨਹੀਂ ਮੈਨੂੰ ਪਤਾ, ਦੁਆਬੇ ਦਾ ਸੀ, ਉਹਦਾ ਨਾਂ ਚੁੰਡ ਮੁੰਡ ਰੱਖਿਆ ਸੀਗਾ ਜੀ ਉਹਨਾਂ ਨੇ। ਤੇ ਪਤਾ ਨਹੀਂ ਤਕਰੀਬਨ ਉਹਦੇ ਤੇ ਮੇਰੇ ਖਿਆਲ ਦੇ ਨਾਲ ਉਹਨਾਂ ਟਾਈਮ 70-80 ਕੇਸ ਸੀਗੇ। ਤੇ ਬਿਲਕੁਲ ਮੇਰੇ ਮਤਲਬ ਕਿ ਮੇਰਾ ਕੱਦ ਹੈਗਾ 5 ਫੁੱਟ 10-11 ਇੰਚ, ਤੇ ਉਹ ਮੇਰੇ ਤੋਂ ਵੀ ਮਧਰਾ ਸੀਗਾ, ਮੰਨ ਲਓ ਮੇਰੀ ਕੱਚ ਕੀ ਆਉਂਦਾ ਹੁੰਦਾ ਸੀਗਾ। ਤੇ ਉਹ ਬਿਲਕੁਲ ਪਾਟਾ ਪਿਆ ਸੀ, ਮਤਲਬ ਕਿ ਉਹਦੇ ਜ਼ਖਮ ਕੱਟ ਤੇ ਕੱਟ। ਤੇ ਮੈਂ ਇੱਕ ਵਾਰੀ ਪੁੱਛਿਆ, ਮੈਂ ਨਵਾਂ ਗਿਆ, ਮੈਂ ਕਿਹਾ ਯਾਰ ਇਹ ਬੰਦਾ ਕੌਣ? ਉਹ ਖੜਾ ਹੁੰਦਾ ਸੀ, ਭਾਵੇਂ ਜੇਲ੍ਹ ਬੰਦ ਹੋ ਗਈ ਤੇ ਡਿਊਟੀ ਦੇ ਅੱਗੇ ਉਹ ਅਸਲ ਚ ਸੁਪਰਡੈਂਟ ਉਹ ਹੀ ਬਣਿਆ ਹੁੰਦਾ ਸੀਗਾ। ਮੈਂ ਕਿਹਾ ਯਾਰ ਇਹ ਕੌਣ ਹੈ? ਉਹ ਕਹਿੰਦੇ ਕਿ ਇਹ ਉਹਦਾ ਪੂਰਾ ਨਾਮ ਹੈ, ਤੁਹਾਨੂੰ ਦੱਸਿਆ ਕਿ ਨਹੀਂ ਪਤਾ। ਉਹ ਕਹਿੰਦਾ ਕਿ ਯਾਰ ਇਹ ਚੁੰਡ ਮੁੰਡਿਆ। ਮੈਂ ਕਿਹਾ ਕਮਾਲ ਦਾ। ਮੈਂ ਕਿਹਾ ਚੀਨ ਚੂਨ ਚੋਂ ਆਇਆ? ਤੇ ਕਹਿੰਦੇ ਨਹੀਂ ਹੈ, ਪੰਜਾਬੀ ਆ, ਤੇ ਇਹਨਾਂ ਤੇ ਕਾਫੀ ਕੇਸ ਆ, ਤੇ ਹੋਰ ਵੀ ਇਹਦੇ ਨਾਲ ਦੇ ਆ। ਅੱਛਾ, ਉਹ ਮੈਂ ਪੁੱਛਿਆ ਕਿ ਸੱਟਾਂ ਦੇ ਕੀ ਕਾਰਨ ਹੈ ਯਾਰ, ਤੇ ਕੱਟ ਬੜੇ ਲੱਗੇ ਬੰਦੇ ਦੇ, ਤੇ ਵਿਚਾਰੇ ਨੂੰ ਕਾਤੋਂ ਕੁੱਟਦੇ ਮਾਰਦੇ ਆ? ਉਹ ਕਹਿੰਦੇ ਨਹੀਂ ਯਾਰ, ਇਹ ਲਾਉਂਦਾ ਇੰਜੈਕਸ਼ਨ ਲਵਾਉਣ ਦਾ ਆਦੀ ਆ। ਜਿਸ ਦਿਨ ਇਹਨੂੰ ਇੰਜੈਕਸ਼ਨ ਨਹੀਂ ਲਾਇਆ ਜਾਂਦਾ, ਇਹ ਬੰਦਾ ਆਪਦੇ ਸਰੀਰ ਤੇ ਕੱਟ ਮਾਰ ਲੈਂਦਾ। ਹੁਣ ਇਹਦਾ ਕੰਮ ਖੁੱਲ੍ਹਾ ਹੀ ਆ। ਇਹ ਹਸਪਤਾਲ ਚ ਜਾਂਦਾ ਤੇ ਡਾਕਟਰ ਕਹਿੰਦਾ ਹਾਂ ਹੋ ਗਿਆ, ਤੇ ਡਾਕਟਰ ਵੀ ਕਹਿੰਦਾ ਲਓ ਜੀ, ਤੇ ਲਓ ਜੀ ਸਾਹਿਬ ਜੀ ਨਜ਼ਾਰੇ ਲਓ। ਮਤਲਬ ਕਿ ਇਹ ਸਭ ਕੁਛ ਮੈਂ ਅੱਖੀਂ ਦੇਖਿਆ ਕਿ ਕਿਸ ਤਰੀਕੇ ਨਾਲ ਕੰਮ ਚੱਲਦਾ। ਹੁਣ ਉਹ ਗੱਲਾਂ ਤੇ ਅੱਜ ਤੋਂ 19-20 ਸਾਲ ਪਹਿਲਾਂ ਜਿਹੜੀਆਂ ਮੈਂ ਗੱਲਾਂ ਤੁਹਾਨੂੰ ਸੁਣਾ ਰਿਹਾ, ਤਾਂ ਕਹਿਣ ਦਾ ਮਤਲਬ ਕਿ ਦੋਵੇਂ ਪੱਖ ਨੇ। ਆਪਾਂ ਇਸ ਮਾਮਲੇ ਨੂੰ ਅਲੱਗ ਕਰਕੇ ਜੁਦਾ ਕਰਕੇ ਰੱਖਦੇ ਹਾਂ ਕਿ ਇਹਦੇ ਚ ਹੁਣ ਪਤਾ ਨਹੀਂ ਕੀ ਸੱਚ ਹੈ, ਪਰੰਤੂ ਇਸ ਤਰ੍ਹਾਂ ਹੁੰਦਾ ਹੈ ਕਿ ਜੇਲ੍ਹ ਪ੍ਰਬੰਧਕੀ ਢਾਂਚੇ ਅਤੇ ਕੈਦੀਆਂ ਦੇ ਵਿੱਚ ਇੱਕ ਟੱਕਰ ਚੱਲਦੀ ਆ। ਦੋਵੇਂ ਇੱਕ ਦੂਜੇ ਨੂੰ ਕਹਿ ਲਓ ਕਿਤੇ ਨਾ ਕਿਤੇ ਦਾਅ ਹੇਠ ਲਿਆਉਣ ਦਾ ਯਤਨ ਕਰਦੇ ਆ। ਪਰ ਜੇ ਸੱਚ ਹੈ ਤਾਂ ਬਹੁਤ ਸ਼ਰਮਨਾਕ ਹੈ। ਤੁਹਾਨੂੰ ਯਾਦ ਹੋਣਾ, ਪੰਜਾਬ ਪੁਲਿਸ ਦੇ ਇੱਕ ਅਫਸਰ ਨੇ ਬੀਬੀਆਂ ਦੇ ਮੱਥੇ ਤੇ ਜੇਬ ਕਤਰੀਆਂ ਲਿਖ ਦਿੱਤਾ ਸੀ। ਉਹਦੇ ਚ ਬਹੁਤ ਵੱਡੀ ਸਜ਼ਾ ਹੋਈ ਸੀ ਉਹਨਾਂ ਨੂੰ, ਬਹੁਤ ਵੱਡੀ ਸਜ਼ਾ ਹੋਈ ਸੀ। ਪਰ ਉਹ ਥਾਣੇ ਦਾ ਮਾਮਲਾ ਸੀ, ਜੇਲ੍ਹ ਦਾ ਮਾਮਲਾ ਨਹੀਂ ਸੀਗਾ। ਤੇ ਜਿਹੜਾ ਤੁਸੀਂ ਕਿਹਾ ਕਿ ਪਿੱਠ ਦੇ ਪਿੱਛੇ ਮਤਲਬ ਕਿ ਲਿਖ ਦਿੱਤਾ, ਉਹ ਬੰਦਾ ਆਪ ਤੇ ਨਹੀਂ ਲਿਖ ਸਕਦਾ, ਉਹ ਆਪ ਤੇ ਨਹੀਂ ਲਿਖ ਸਕਦਾ, ਪਰ ਉਹਦੇ ਆਪਣੇ ਤੇ ਲਿਖ ਸਕਦੇ ਆ ਨਾ। ਚਲੋ, ਇਹ ਕਹਾਣੀ ਇੱਕ ਬੜੀ ਵਿਸ਼ਾ ਹੈ ਜੀ, ਬੜਾ ਵੱਡਾ, ਕਿ ਉਹਦੇ ਨਾਲ ਉਹ ਕਹਿੰਦਾ ਮੇਰੇ ਨਾਲ ਕੁੱਟਮਾਰ ਹੋਈ ਹੈ, ਬਕਾਇਦਾ ਵੀਡੀਓ ਵਾਇਰਲ ਹੋ ਰਹੀ ਹੈ। ਹੁਣ ਇਹਦੀ ਜਾਂਚ ਕਮੇਟੀ ਉਪ ਮੁੱਖ ਮੰਤਰੀ ਨੇ ਬਿਠਾ ਦਿੱਤੀ ਹੈ, ਤੇ ਵੇਖਦੇ ਹਾਂ ਕੀ ਨਿਕਲ ਕੇ ਆਉਂਦਾ ਸਾਹਮਣਾ। ਤੁਸੀਂ ਆਪਣਾ ਹੱਡੀ ਹੰਡਾਇਆ ਜਿਹੜਾ ਹੈ ਉਹ ਐਕਸਪੀਰੀਅੰਸ ਦੱਸ ਦਿੱਤਾ ਕਿ ਜੇਲ੍ਹਾਂ ਦੇ ਵਿੱਚ ਇਵੇਂ ਵੀ ਹੁੰਦਾ। ਖੈਰ, ਆਗੇ ਦੇਖੀ ਹੋਤਾ ਹੈ ਕਿਆ। ਭਾਰਤ ਨੂੰ ਆਖਰ ਵਰਲਡ ਕੱਪ ਵਿੱਚ ਇੱਕ ਜਿੱਤ ਨਸੀਬ ਹੋਈ ਹੈ, ਤੇ ਹੁਣ ਮੈਂ ਉਹੀ ਵੇਖ ਰਿਹਾ ਸੀਗਾ ਕਿ ਉਹੀ ਖਿਡਾਰੀ ਜਿਨ੍ਹਾਂ ਨੂੰ ਕ੍ਰਿਟੀਸਾਈਜ਼ ਕੀਤਾ ਜਾ ਰਿਹਾ, ਉਹਨਾਂ ਚੋਂ ਇੱਕ ਦੋ ਨੂੰ ਤਾਂ ਸੁਪਰ ਡੁਪਰ ਵੀ ਹੀਰੋ ਬਣਾਤਾ, ਤੇ ਹੁਣ ਦੂਜਿਆਂ ਨੇ ਵੀ ਚੰਗੀਆਂ ਵਿਕਟਾਂ ਲਈਆਂ ਨੇ। ਹੁਣ ਕੀ ਕਰਨਗੇ? ਹੁਣ ਕ੍ਰਿਕਟ ਪ੍ਰੇਮੀ ਕੀ ਕਰਨਗੇ? ਇਹ ਤੇ ਤੁਹਾਡਾ ਥੋੜਾ ਜਿਹਾ ਜਿੱਤ ਜਿਹੜੀ ਨਸੀਬ ਹੋਈ ਆ, ਕੀ ਲੱਗਦਾ ਤੁਹਾਨੂੰ ਕਿ ਹੁਣ ਕਿਸ ਸੰਦਰਭ ਤੁਸੀਂ ਦੇਖਦੇ ਹੋ? ਨਹੀਂ, ਸਾਡੇ ਵਾਸਤੇ ਜਾਂ ਇੰਡੀਆ ਵਾਸਤੇ ਤਕਰੀਬਨ ਨੀਰਸ ਹੋ ਚੁੱਕਾ ਵਰਲਡ ਕੱਪ। ਇੰਡੀਆ ਦੇ ਜੇ ਤੁਸੀਂ ਪਰਸਪੈਕਟਿਵ ਤੋਂ ਦੇਖੋਗੇ ਤਾਂ ਇੰਡੀਆ ਦੀ ਟੀਮ ਜਿਹੜੀ ਆ ਉਹ ਆਪਣੇ 2 ਕਰੂਸ਼ਲ ਜਿਹੜੇ ਮੈਚ ਸੀਗੇ ਉਹ ਹਾਰ ਚੁੱਕੀ ਆ। ਸੈਮੀਫਾਈਨਲ ਦੀ ਦੌੜ ਚੋਂ ਆਲਮੋਸਟ ਬਾਹਰ ਹੈ। ਤਾਂ ਇੰਡੀਆ ਦੀ ਇੱਕ ਬਹੁਤ ਵੱਡੀ ਵਸੋਂ ਉਦੋਂ ਤੱਕ ਹੀ ਕਹਿ ਲਓ ਕਿ ਰਸ ਲੈਂਦੀ ਹੈ ਕਿਸੇ ਚੀਜ਼ ਦੇ ਵਿੱਚੋਂ, ਜਦ ਤੱਕ ਸਾਡੀ ਇੰਡੀਆ ਦੀ ਟੀਮ ਜਿਹੜੀ ਆ ਉਹ ਕੱਪ ਜਿੱਤਣ ਦੀ ਦੌੜ 'ਚ ਬਣੀ ਰਹੀ। ਤਾਂ ਹੁਣ ਇੱਕ ਚਮਤਕਾਰ ਹੋ ਸਕਦਾ ਕਿ ਨਿਊਜ਼ੀਲੈਂਡ ਨੂੰ ਕੋਈ ਟੀਮ ਹਰਾ ਦੇਵੇ ਵਿੱਚ ਦੀ,
ਨਿਊਜ਼ੀਲੈਂਡ ਹਾਰ ਜਾਵੇ ਇੱਕ ਮੈਚ ਤੇ ਇਹ ਦੋਨੇ ਹੀ ਹੋਰ ਵੱਡੇ ਮਾਰਜਨ ਦੇ ਨਾਲ, ਕਿਉਂਕਿ ਮਾੜੀਆਂ ਟੀਮਾਂ ਨਾਲ ਕੱਲ੍ਹ ਵੀ ਮਾੜੀ ਟੀਮ ਨਾਲ ਹੀ ਮੈਚ ਸੀਗਾ ਤੇ ਕੁੱਟ ਕਟਾਪਾ ਕਰਕੇ ਜਿੱਤ ਗਏ ਨੇ। ਦੂਜੀਆਂ ਦੋ ਜਿਹੜੀਆਂ ਟੀਮਾਂ ਹੋਣਗੀਆਂ ਉਹਨਾਂ ਨੂੰ ਵੀ ਤਕੜੇ ਫਰਕ ਨਾਲ ਹਰਾ ਦੇਣ, ਫਿਰ ਬਰਾਬਰ ਹੋ ਜਾਣਗੇ ਪੁਆਇੰਟ ਔਰ ਰਨ ਰੇਟ ਦੇ ਲਿਹਾਜ਼ ਨਾਲ ਇੰਡੀਆ ਜਾ ਸਕਦਾ। ਮਤਲਬ ਕਿ ਦੂਜੀਆਂ ਟੀਮਾਂ ਦੇ ਪ੍ਰਦਰਸ਼ਨ ਤੇ ਨਿਰਭਰ ਹੁੰਦਾ, ਔਰ ਕਦੇ ਵੀ ਤੁਸੀਂ ਤਗੜੀ ਟੀਮ ਨਹੀਂ ਵੱਜਦੇ ਉਦੋਂ ਤੱਕ ਜਦੋਂ ਤੱਕ ਤੁਸੀਂ ਦੂਜਿਆਂ ਤੇ ਨਿਰਭਰ ਰਹੋ। ਪਰ ਮਿੰਟੂ ਜੀ ਕਿਆਸ ਰਾਈਆਂ ਇਹੀ ਕਹੀਆਂ ਜਾ ਰਹੀਆਂ ਨੇ ਕਿ ਪਿੱਛੇ ਵੀ ਇਹੋ ਜਿਹਾ ਕੁਝ ਹੋ ਚੁੱਕਾ, ਆਖਰ ਫੇਰ ਜਿਹੜਾ ਹੈ ਉਹ ਪੁਆਇੰਟਾਂ ਦੇ ਆਧਾਰ ਤੇ ਕੁਝ ਲੱਗਦਾ ਕਿ ਇੰਡੀਆ ਦੀ ਜਿਹੜੀ ਫਿਰ ਨਿਰਭਰਤਾ ਹੋਗੀ ਨਾ ਇਤਿਹਾਸ ਤੇ। ਫਿਰ ਦੂਸਰੀ ਥਾਂ ਤੇ ਕਿ ਪਿਛਲੇ ਟਾਈਮ ਇਹ ਹੋਇਆ ਤਾਂ ਦੂਜੀਆਂ ਟੀਮਾਂ ਏਦਾਂ ਕਰ ਸਕਦੀਆਂ। ਮਤਲਬ ਕਿ ਨਿਰਭਰਤਾ ਜਿਹੜੀ ਹੁੰਦੀ ਹੈ ਨਾ, ਕਦੇ ਵੀ ਜਿਹੜੀ ਵਰਲਡ ਵਿਨਰ ਟੀਮ ਹੋਏਗੀ ਉਹਦੀ ਨਿਰਭਰਤਾ ਏਦਾਂ ਨਹੀਂ ਹੁੰਦੀ, ਉਹ ਤਾਂ ਮਸਲ ਦੀ ਤੁਰੀ ਜਾਊਗੀ, ਚਲੋ ਸੁੱਟਦੀ ਜਾਏਗੀ ਸਭ ਨੂੰ। ਸੋ ਇਹ ਹੁੰਦਾ ਕਿ ਚਲੋ ਕ੍ਰਿਕਟ ਦੇ ਵਿੱਚ ਸਭ ਕੁਝ ਸੰਭਵ ਹੁੰਦਾ। ਸੋ ਲੋਕਾਂ ਨੂੰ ਖੁਸ਼ੀ ਤਾਂ ਹੈ ਕਿ ਸਾਡੀ ਟੀਮ ਰਿਸਟਿਕ ਜਿੱਤ ਦਰਜ ਕਰਦੀ ਆ, ਪਰ ਇੱਕ ਤੇ ਉਹ ਅਫਗਾਨਿਸਤਾਨ ਤੋਂ ਮਿਲੀ ਜਿੱਤਿਆ, ਸੈਕਿੰਡ ਇਹ ਕਿ ਹਾਲ ਦੀ ਘੜੀ ਉਹ ਸੈਮੀਫਾਈਨਲ ਦੀ ਦੌੜ ਦੇ ਵਿੱਚ ਪੂਰੀ ਤਰ੍ਹਾਂ ਕਹਿ ਲਓ ਕਿ ਅੱਗੇ ਨਹੀਂ ਵੱਧ ਰਹੀ, ਹਾਲ ਦੀ ਘੜੀ ਉਹ ਦੂਜੀਆਂ ਟੀਮਾਂ ਤੇ ਨਿਰਭਰ ਆ। ਆਖਰ ਚਲੋ ਇੱਕ ਤੋਹਫਾ ਦੇਤਾ ਦੀਵਾਲੀ ਦਾ ਕ੍ਰਿਕਟ ਪ੍ਰੇਮੀਆਂ ਨੇ। ਹਾਂਜੀ ਇਹ ਕਹਿ ਸਕਦੇ ਹਾਂ ਚਲੋ ਜਿੱਤ ਤੇ ਜਿੱਤੀ ਆ, ਪਰੰਤੂ ਉਹਦੇ ਚ ਦੇਖੋ ਸਾਡੇ ਖਿਡਾਰੀਆਂ ਨੇ ਪਰਫਾਰਮ ਕੀਤਾ ਵਾ। ਉਹਦੇ ਚ ਰੋਹਿਤ ਰਾਹੁਲ ਦੀ ਇੱਕ ਬੜੀ ਸ਼ਾਨਦਾਰ ਸ਼ੁਰੂ ਚ ਪਾਰਟਨਰਸ਼ਿਪ ਸੀਗੀ, ਉਹਦੇ ਵਿੱਚ ਹੋਰ ਚੀਜ਼ਾਂ ਅੱਛੀਆਂ ਹੋਈਆਂ ਨੇ ਕਿ ਰਿਸ਼ਭ ਪੰਤ ਨੂੰ ਭੇਜਿਆ ਗਿਆ ਉੱਤੇ ਵਾਂਡਾਂ ਤਾਂ ਉਹਨੇ ਇੱਕ ਬੜੀ ਵਧੀਆ ਪਾਰੀ ਖੇਡੀ। ਫਿਰ ਹਾਰਦਿਕ ਪਾਂਡਿਆ ਫਿਰ ਉਹ ਫਾਰਮ ਦੇ ਵਿੱਚ ਪਰਤ ਆਇਆ। ਤਾਂ ਇੱਕ ਮੌਕਾ ਤੇ ਹੈ। ਅਸਲ ਦੇ ਵਿੱਚ ਇੰਡੀਆ ਦੀ ਕਿਸਮਤ ਹੈ ਕਿ ਕਹਿੰਦਾ ਮਾੜੀ ਰਹੀ ਥੋੜੀ ਜਿਹੀ ਕਿ ਜਿਹੜੀ ਗਰੁੱਪ ਦੀ ਕਹਿ ਲਓ ਕਿ ਸਟੇਜ ਸੀਗੀ, ਜਿੱਦਾਂ ਟਾਈਆਂ ਪੈ ਜਾਂਦੀਆਂ ਆਪਾਂ ਕਹਿੰਦੇ ਕਿ ਜਿਹੜੀਆਂ ਟਾਈਆਂ ਸੀਗੀਆਂ ਇਹਨਾਂ ਦੀਆਂ ਉਹ ਇਸ ਤਰੀਕੇ ਦੀਆਂ ਸੀਗੀਆਂ ਕਿ ਇਹਨਾਂ ਦੇ ਦੋ ਮੈਚ ਜਿਹੜੇ ਸ਼ੁਰੂਆਤੀ ਮੈਚ ਸੀ ਉਹ ਤਗੜੀਆਂ ਟੀਮਾਂ ਨਾਲ ਪਏ ਜੀ। ਪਰ ਪਾਕਿਸਤਾਨ ਇਸ ਟਾਈਮ T20 ਦੀ ਵਰਲਡ ਦੀ ਕਹਿ ਲਓ ਕਿ ਬੈਸਟ ਟੀਮ ਹੈ, ਔਰ ਇਹਨਾਂ ਜਿਨ੍ਹਾਂ ਪਿੱਚਾਂ ਤੇ ਮੈਚ ਹੋ ਰਹੇ ਆ ਇਹਨਾਂ ਪਿੱਚਾਂ ਤੇ ਤਾਂ ਉਹ ਵਿਕਾਸ ਬਾਦਸ਼ਾਹ ਨੇ ਆਪਦੇ ਉਹਨਾਂ ਦੇ ਪਾਕਿਸਤਾਨ ਚ ਮੈਚ ਹੁੰਦੇ ਹੀ ਨਹੀਂ, ਉਹ ਜ਼ਿਆਦਾਤਰ ਨਿਊਟਰਲ ਵੈਨਿਊ ਤੇ ਖੇਡਦੇ ਆ ਤਾਂ ਉਹ ਇਹਨਾਂ ਦਾ ਹੋਮ ਗਰਾਊਂਡ ਹੀ ਬਣ ਜਾਂਦਾ ਜੀ। ਬਹੁਤ ਵਧੀਆ। ਤੋ ਇਹੋ ਜਿਹੀਆਂ ਪਿੱਚਾਂ ਕੀ ਗੱਲ ਭਾਰਤ ਦੇ ਵਿੱਚ ਨਹੀਂ ਬਣ ਸਕਦੀਆਂ? ਬਣ ਸਕਦੀਆਂ ਨੇ, ਕਿਉਂ ਨਹੀਂ ਬਣ ਸਕਦੀਆਂ? ਜੇ ਬਣਾਉਣਾ ਚਾਹਣ ਤਾਂ ਫਿਰ ਇਹ ਪਿੱਚਾਂ ਦਾ ਨਹੀਂ ਹੁੰਦਾ। ਪਿੱਚਾਂ ਦਾ ਕੀ ਹੁੰਦਾ ਕਿ ਪਿੱਚ ਕਦੇ ਵੀ ਇਕਸਾਰ ਨਹੀਂ ਬਣਦੀ। ਪਿੱਚ ਜਿਹੜੀ ਆ ਵੈਸਟ ਇੰਡੀਜ਼ ਦੀ ਹੋਰ ਤਰ੍ਹਾਂ ਦਾ ਵਰਤਾਓ ਕਰਦੀ ਹੈ, ਆਸਟ੍ਰੇਲੀਆ ਦੀਆਂ ਪਿੱਚਾਂ ਵੱਖਰੇ ਤਰ੍ਹਾਂ ਦੀਆਂ, ਇੰਗਲੈਂਡ ਦੀਆਂ ਪਿੱਚਾਂ 'ਚ ਸਵਿੰਗ ਹੁੰਦੀ ਹੈ, ਠੀਕ ਹੈ ਨਾ। ਇਹ ਪਿੱਚਾਂ ਸਲੋ ਨੇ, ਬਹੁਤ ਜ਼ਿਆਦਾ ਸਲੋ ਹੋ ਜਾਂਦੀ ਆ, ਤਾਂ ਉਹਨਾਂ ਨੂੰ ਇਹਨਾਂ ਪਿੱਚਾਂ ਤੇ ਖੇਡਣ ਦਾ ਤਜਰਬਾ ਹੋ ਜਾਂਦਾ। ਹਾਲਾਂਕਿ ਇੰਡੀਆ ਵੀ ਬਹੁਤ ਹੱਦ ਤੱਕ ਖੇਡਿਆ ਉੱਥੇ, IPL ਦੇ ਮੈਚ ਖੇਡੇ ਨੇ, ਬਹੁਤ ਖੇਡੇ ਆ, ਪਰ ਪਾਕਿਸਤਾਨ ਦਾ ਇਹ ਹੈ ਕਿ ਕੁਛ ਜਿੱਦਾਂ ਤੁਹਾਨੂੰ ਪਤਾ ਹੀ ਹੈ ਉਹਨਾਂ ਦੀ ਇੱਕ ਤਰ੍ਹਾਂ ਨਾਲ ਮੁਸਲਿਮ ਭਾਈਚਾਰੇ ਨੂੰ ਵੀ ਬਹੁਤ ਵੱਡੀ ਸਪੋਰਟ ਹੁੰਦੀ ਹੈ। ਸ਼ਾਰਜਾ ਹੋਵੇ, ਦੁਬਈ ਹੋਵੇ, ਆਬੂ ਧਾਬੀ ਹੋਵੇ, ਇਹ ਵੀ ਚੀਜ਼ ਜਿਹੜਾ ਇੱਕ ਫੈਕਟਰ ਹੈ ਉੱਥੇ ਜਾ ਕੇ ਕਾਫੀ ਜ਼ਿਆਦਾ ਉਹਨਾਂ ਦਾ ਮਾਹੌਲ ਬਣ ਜਾਂਦਾ। ਗੱਲ ਤੇ ਮਾਹੌਲ ਬਣਦੀ ਹੈ ਨਾ। ਜੀ ਜੀ ਵੀਰ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ। ਹੈਪੀ ਦੀਵਾਲੀ, ਬੰਦੀ ਛੋੜ ਦਿਵਸ ਦੀਆਂ ਸ਼ੁਭਕਾਮਨਾਵਾਂ। ਥੈਂਕ ਯੂ। ਹਾਂਜੀ ਹਾਂਜੀ, ਤੁਹਾਨੂੰ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।